ਦੋਸਤੋ, ਇਸ ਕਹਾਣੀ ਦਾ ਸਹੀ ਮਜ਼ਾ ਲੈਣ ਲਈ ਹੈੱਡਫੋਨਸ ਜ਼ਰੂਰ ਲਗਾਓ। ਇਹ ਸੱਚੀ ਘਟਨਾ ਹੈ ਜਿਸ ਨੂੰ ਆਪਣੀ ਅੱਖਾਂ ਦੇ ਸਾਹਮਣੇ ਘਟਦਾ ਹੋਇਆ ਮਹਿਸੂਸ ਕਰੋ। ਤਾਂ ਫਿਰ ਦੇਰੀ ਨਾ ਕਰਦੇ ਹੋਏ ਸ਼ੁਰੂ ਕਰਦੇ ਹਾਂ ਇਸ ਕਹਾਣੀ ਨੂੰ। ਹੈਲੋ ਦੋਸਤੋ, ਮੈਂ ਗੁਰਮੀਤ ਤੁਹਾਡੇ ਲਈ ਇੱਕ ਹੋਰ ਕਹਾਣੀ ਲੈ ਕੇ ਆਇਆ ਹਾਂ ਜੋ ਕਿ ਇੱਕ ਦੁਖੀ ਰੂਹ ਦੀ ਹੈ। ਇਹ ਕਹਾਣੀ ਕੋਲਾਗੜ੍ਹ ਦੇ ਨਾਂ ਦੇ ਇੱਕ ਪਿੰਡ ਦੀ ਹੈ। ਕੋਲਾਗੜ੍ਹ ਦਾ ਜੰਗਲ ਬਹੁਤ ਡਰਾਵਨਾ ਹੈ। ਉਸ ਜੰਗਲ ਵਿੱਚ ਭੂਤਾਂ ਦਾ ਬਹੁਤ ਡਰ ਸੀ। ਉੱਥੋਂ ਦੇ ਲੋਕ ਇਹ ਮੰਨਦੇ ਸਨ ਕਿ ਆਤਮਾਵਾਂ ਭੂਤ ਹਨ। ਜਦੋਂ ਉਹਨਾਂ ਨੇ ਇਹ ਸਭ ਆਪਣੀਆਂ ਅੱਖਾਂ ਨਾਲ ਦੇਖਿਆ, ਉਸ ਪਿੰਡ ਵਿੱਚ ਇੱਕ ਔਰਤ ਰਹਿੰਦੀ ਸੀ। ਉਸ ਦਾ ਦਿਮਾਗ ਠੀਕ ਨਹੀਂ ਸੀ। ਉਸ ਦੇ ਪਤੀ ਦੀ ਵੀ ਇੱਕ ਦੁਰਘਟਨਾ ਵਿੱਚ ਮੌਤ ਹੋ ਗਈ ਸੀ। ਉਦੋਂ ਤੋਂ ਉਹ ਕੁਝ ਅਜੀਬ ਜਿਹੀ ਹੋ ਗਈ ਸੀ। ਕਈ ਲੋਕ ਉਸ ਨੂੰ ਪਾਗਲ ਕਹਿੰਦੇ ਸਨ। ਇੱਕ ਵਾਰ ਦੀ ਗੱਲ ਹੈ, ਪਿੰਡ ਦਾ ਇੱਕ ਬੰਦਾ ਜਿਸ ਦਾ ਨਾਮ ਭੋਲਾ ਰਾਮ ਸੀ, ਉਹ ਸ਼ਹਿਰ ਵਿੱਚ ਕਿਸੇ ਜ਼ਰੂਰੀ ਕੰਮ ਲਈ ਨਿਕਲਿਆ। ਪਿੰਡ ਜਾਣ ਲਈ ਇੱਕ ਹੀ ਰਸਤਾ ਸੀ, ਉਹ ਵੀ ਜੰਗਲ ਵਿੱਚੋਂ ਹੀ ਲੰਘਦਾ ਸੀ। ਇਸ ਕਰਕੇ ਲੋਕ ਡਰ ਦੇ ਮਾਰੇ ਹਨੇਰੇ ਵਿੱਚ ਉੱਥੋਂ ਨਹੀਂ ਜਾਂਦੇ ਸਨ ਅਤੇ ਨਾ ਹੀ ਕੋਈ ਜੰਗਲ ਵੱਲ ਜਾਂਦਾ ਸੀ। ਸ਼ਾਮ ਨੂੰ ਭੋਲਾ ਰਾਮ ਜਦੋਂ ਉਸ ਜੰਗਲ ਵਿੱਚੋਂ ਲੰਘ ਰਿਹਾ ਸੀ ਤਾਂ ਉਸਨੇ ਇੱਕ ਔਰਤ ਦੀ ਲਾਸ਼ ਦਰਖਤ ਨਾਲ ਲਟਕਦੀ ਦੇਖੀ। ਉਹ ਡਰ ਗਿਆ ਅਤੇ ਪਿੰਡ ਨੂੰ ਮੁੜ ਆਇਆ। ਕੁਝ ਲੋਕਾਂ ਨੇ ਉਸ ਨੂੰ ਇਸ ਤਰ੍ਹਾਂ ਭੱਜਦੇ ਦੇਖਿਆ ਅਤੇ ਕਿਹਾ, ਕੀ ਹੋਇਆ ਭੋਲਾ ਰਾਮ, ਤੂੰ ਤਾਂ ਸ਼ਹਿਰ ਲਈ ਨਿਕਲਿਆ ਸੀ ਤੇ ਭੱਜ ਕੇ ਵਾਪਸ ਕਿਉਂ ਆਇਆ? ਫਿਰ ਭੋਲਾ ਰਾਮ ਨੇ ਦੱਸਿਆ ਕਿ ਮੈਂ ਹੁਣੇ ਕਿਸੇ ਦੀ ਲਾਸ਼ ਦਰਖਤ 'ਤੇ ਲਟਕਦੀ ਦੇਖੀ। ਉਹ ਲਾਸ਼ ਕਿਸੇ ਔਰਤ ਦੀ ਸੀ। ਵੇਖਦੇ ਹੀ ਵੇਖਦੇ ਸਾਰਾ ਪਿੰਡ ਇਕੱਠਾ ਹੋ ਗਿਆ। ਕਿੱਥੇ ਹੈ ਲਾਸ਼? ਚੱਲ ਦੇਖੀਏ। ਫਿਰ ਸਾਰਾ ਪਿੰਡ ਉਸ ਨੂੰ ਦੇਖਣ ਗਿਆ। ਫਿਰ ਸਾਰੇ ਕੀ ਦੇਖਦੇ ਹਨ ਕਿ ਔਰਤ ਦੀ ਲਾਸ਼ ਦਰਖਤ ਨਾਲ ਲਟਕ ਰਹੀ ਹੈ। ਇਹ ਦੇਖ ਕੇ ਪਿੰਡ ਵਾਲਿਆਂ ਨੇ ਕਿਹਾ ਕਿ ਉਹ ਪਾਗਲ ਲੱਗ ਰਹੀ ਹੈ। ਕੁਝ ਲੋਕਾਂ ਨੇ ਕਿਹਾ ਉਸ ਨੂੰ ਹੇਠਾਂ ਉਤਾਰ ਕੇ ਸੰਸਕਾਰ ਕਰੋ। ਕੁਝ ਲੋਕਾਂ ਨੇ ਕਿਹਾ ਕਿ ਇਸ ਨੂੰ ਛੱਡ ਦਿਓ, ਇਸ ਦਾ ਹੈ ਹੀ ਕੌਣ ਸੀ, ਇਸ ਦਾ ਸੰਸਕਾਰ ਕਰੀਏ। ਵੈਸੇ ਵੀ ਇਸ ਤੋਂ ਸਾਰਾ ਪਿੰਡ ਪਰੇਸ਼ਾਨ ਸੀ, ਆਓ ਇਸ ਤੋਂ ਛੁਟਕਾਰਾ ਪਾਈਏ। ਕੁਝ ਬਜ਼ੁਰਗਾਂ ਨੇ ਕਿਹਾ ਕਿ ਇਹ ਨਹੀਂ ਕਹਿੰਦੇ, ਸਰੀਰ ਦਾ ਸੰਸਕਾਰ ਕਰਨਾ ਜ਼ਰੂਰੀ ਹੈ, ਨਹੀਂ ਤਾਂ ਇਸ ਦੀ ਆਤਮਾ ਭਟਕਦੀ ਰਹੇਗੀ। ਤਾਂ ਕੁਝ ਲੋਕਾਂ ਨੇ ਕਿਹਾ ਕਿ ਘੱਟੋ ਘੱਟ ਜਾ ਕੇ ਇਸ ਨੂੰ ਲਾ ਕੇ ਸੰਸਕਾਰ ਕਰ ਦਿਓ। ਬਜ਼ੁਰਗ ਸੁਝਾਅ ਦੇਣ ਆਏ, ਵੈਸੇ ਹੀ ਇਸ ਜੰਗਲ ਵਿੱਚ ਰੂਹਾਂ ਦੀ ਕੋਈ ਕਮੀ ਨਹੀਂ ਹੈ, ਇੱਕ ਹੋਰ ਰੂਹ ਠੀਕ ਹੈ, ਚਲੋ ਹੌਲੀ ਹੌਲੀ ਚੱਲੀਏ। ਸਾਰੇ ਲੋਕ ਤੁਰ ਪਏ। ਉਸ ਬੇਚਾਰੀ ਦਾ ਅੰਤਿਮ ਸੰਸਕਾਰ ਨਹੀਂ ਕੀਤਾ ਗਿਆ। ਉਸ ਦੀ ਲਾਸ਼ ਉੱਥੇ ਲਟਕਦੀ ਰਹੀ। ਦੋਸਤੋ, ਉਹ ਲਾਸ਼ 8-10 ਦਿਨ ਇਸੇ ਤਰ੍ਹਾਂ ਦਰਖਤ 'ਤੇ ਲਟਕਦੀ ਰਹੀ। ਕਿਸੇ ਨੇ ਉਸ ਨੂੰ ਉਤਾਰਿਆ ਨਹੀਂ। ਇੱਕ ਦਿਨ ਅਚਾਨਕ ਉਸ ਲਾਸ਼ ਦੀ ਰੱਸੀ ਟੁੱਟ ਕੇ ਦਰਖਤ 'ਤੇ ਅਟਕ ਗਈ ਅਤੇ ਪੱਤਿਆਂ ਨਾਲ ਛੁਪ ਗਈ। ਸਮੇਂ ਬੀਤਦਾ ਗਿਆ। ਇੱਕ ਦਿਨ ਪਿੰਡ ਦਾ ਹਰੀਆ ਨਾਮ ਦਾ ਆਦਮੀ ਉਸ ਰਸਤੇ ਤੋਂ ਲੰਘ ਰਿਹਾ ਸੀ। ਜਦੋਂ ਉਸਨੇ ਆਪਣੇ ਸਾਹਮਣੇ ਉਹੀ ਪਾਗਲ ਔਰਤ ਦੇਖੀ ਤਾਂ ਉਹ ਪੂਰੀ ਤਰ੍ਹਾਂ ਡਰ ਗਿਆ। ਉਸ ਦਾ ਸਾਰਾ ਸਰੀਰ ਕੰਬਣ ਲੱਗਾ ਅਤੇ ਪਲਕ ਝਪਕਦਿਆਂ ਹੀ ਉਹ ਅਲੋਪ ਹੋ ਗਈ। ਹਰੀਏ ਨੇ ਸੋਚਿਆ ਕਿ ਮੈਂ ਮਨ ਹੀ ਮਨ ਵਿੱਚ ਅਜਿਹਾ ਸੋਚ ਰਿਹਾ ਹਾਂ, ਸ਼ਾਇਦ ਤਾਂ ਹੀ ਮੈਨੂੰ ਉਹ ਨਜ਼ਰ ਆ ਰਹੀ ਹੈ। ਅਤੇ ਉਹ ਅੱਗੇ ਵਧਿਆ ਤਾਂ ਇੱਕਦਮ ਇੱਕ ਹੋਰ ਬਲਦ ਉਸ ਵੱਲ ਦੌੜਦਾ ਚਲਾ ਆ ਰਿਹਾ ਸੀ ਅਤੇ ਉਸ ਨੂੰ ਜ਼ੋਰ ਨਾਲ ਮਾਰਿਆ ਅਤੇ ਚਲਾ ਗਿਆ। ਹਰੀਆ ਉਲਟਾ ਡਿੱਗ ਪਿਆ। ਉਸ ਨੂੰ ਬਹੁਤ ਸੱਟ ਲੱਗੀ ਸੀ। ਤਾਂ ਇੱਕ ਔਰਤ ਉਸ ਦੇ ਸਾਹਮਣੇ ਖੜੀ ਸੀ। ਉਹ ਡਰ ਗਿਆ ਅਤੇ ਕੰਬਣ ਲੱਗਾ। ਉਸ ਦਾ ਚਿਹਰਾ ਇਸ ਤਰ੍ਹਾਂ ਦਾ ਸੀ, ਇੱਕ ਪਾਸੇ ਗੱਲਾਂ ਦੀਆਂ ਹੱਡੀਆਂ ਅਤੇ ਇੱਕ ਪਾਸੇ ਸੜਿਆ ਹੋਇਆ ਮਾਸ। ਚਿਹਰਾ ਅੰਦਰ ਧਸਿਆ ਹੋਇਆ, ਅੱਖਾਂ ਵੱਡੇ ਨਹੁੰ। ਉਹ ਉਸ ਨੂੰ ਦੇਖ ਕੇ ਇੰਨਾ ਡਰ ਗਿਆ ਕਿ ਉਹ ਬੇਹੋਸ਼ ਹੋ ਕੇ ਡਿੱਗ ਪਿਆ। ਜਦੋਂ ਉਸਨੇ ਅੱਖਾਂ ਖੋਲ੍ਹੀਆਂ ਤਾਂ ਉਹ ਪੂਰੀ ਤਰ੍ਹਾਂ ਡਰ ਗਿਆ। ਉਸਨੇ ਆਪਣੇ ਆਪ ਨੂੰ ਵਿਚਕਾਰ ਪਾਇਆ। ਸੰਘਣੇ ਜੰਗਲ, ਚਾਰੇ ਪਾਸੇ ਤੋਂ ਆਵਾਜ਼ਾਂ ਆ ਰਹੀਆਂ ਸਨ। ਕਿਤੇ ਪੱਤਿਆਂ ਵਿੱਚ ਖੜਖੜਨ ਦੀ ਆਵਾਜ਼ਾਂ ਅਤੇ ਕਿਤੇ ਸ਼ੇਰ ਦੀ ਦਹਾੜ ਦੀ ਆਵਾਜ਼। ਉਹ ਬਹੁਤ ਡਰ ਗਿਆ ਸੀ। ਉਸ ਨੂੰ ਭੱਜਣ ਨਹੀਂ ਆ ਰਿਹਾ ਸੀ। ਉਹ ਡਰਦਾ ਜੰਗਲ ਵਿੱਚ ਭਟਕਦਾ ਹੋਇਆ ਹੌਲੀ ਹੌਲੀ ਉੱਥੋਂ ਨਿਕਲ ਆਇਆ। ਜੰਗਲ ਵਿੱਚੋਂ ਨਿਕਲਦੇ ਸਮੇਂ ਹਨੇਰਾ ਹੋ ਗਿਆ ਸੀ। ਪਤਾ ਨਹੀਂ ਮੈਂ ਇੱਥੋਂ ਜਿਉਂਦਾ ਨਿਕਲ ਜਾਵਾਂਗਾ ਜਾਂ ਮਰਿਆ। ਅਜੀਬ ਖਿਆਲ ਆ ਰਹੇ ਸਨ ਉਸ ਦੇ ਮਨ ਵਿੱਚ। ਉਹ ਭੱਜਦਾ ਰਿਹਾ। ਭੱਜਦੇ ਹੋਏ ਉਸ ਨੂੰ ਪਤਾ ਹੀ ਨਹੀਂ ਲੱਗਾ ਕਿ ਉਹ ਉਸ ਜੰਗਲ 'ਚੋਂ ਕਿਵੇਂ ਬਾਹਰ ਆ ਗਿਆ। ਉਸ ਨੂੰ ਇਸ ਹਾਲਤ 'ਚ ਦੇਖ ਕੇ ਕੁਝ ਲੋਕਾਂ ਨੇ ਉਸ ਨੂੰ ਪੁੱਛਿਆ ਕਿ ਤੂੰ ਇੰਨੀ ਦੇਰ ਰਾਤ ਕਿੱਥੋਂ ਆ ਰਿਹਾ ਹੈ, ਕਿ ਤੁਹਾਨੂੰ ਡਰ ਨਹੀਂ ਲੱਗਾ? ਉਸ ਨੂੰ ਯਕੀਨ ਨਹੀਂ ਹੁੰਦਾ ਕਿ ਉਹ ਜਿਉਂਦਾ ਪਿੰਡ 'ਚ ਆ ਗਿਆ ਸੀ। ਉਸ ਦੀ ਹਾਲਤ ਦੇਖ ਕੇ ਕਹਿ ਰਹੇ ਸਨ ਕਿ ਇਸ ਹਰੀਏ ਨੂੰ ਕੀ ਹੋ ਗਿਆ ਹੈ। ਉਹ ਘਰ ਪਹੁੰਚਿਆ ਅਤੇ ਆਪਣੇ ਆਪ ਨੂੰ ਢੱਕ ਕੇ ਸੌਂ ਗਿਆ। ਤਾਂ ਉਸ ਦੀ ਔਰਤ ਨੇ ਉਸ ਨੂੰ ਖਾਣਾ ਖਾਣ ਲਈ ਕਿਹਾ, ਪਰ ਉਸਨੇ ਕੋਈ ਜਵਾਬ ਨਾ ਦਿੱਤਾ। ਉਸਨੇ ਰਾਤ ਨੂੰ ਇੱਕ ਸੁਪਨਾ ਦੇਖਿਆ ਅਤੇ ਉਸ ਸੁਪਨੇ ਵਿੱਚ ਉਸਨੇ ਉਹੀ ਦੁਖੀ ਆਤਮਾ ਨੂੰ ਦੇਖਿਆ ਜੋ ਕਹਿ ਰਹੀ ਸੀ, ਮੈਨੂੰ ਬਚਾ ਲਓ, ਮੈਨੂੰ ਇਸ ਨਰਕ 'ਚੋਂ ਬਚਾ ਲਓ।
ਇਹ ਲੋਕ ਮੈਨੂੰ ਮਾਰ ਰਹੇ ਹਨ। ਐਸਾ ਸੁਪਨਾ ਦੇਖ ਕੇ ਉੱਠ ਖੜਾ ਹੋਇਆ। ਉਹ ਪਸੀਨਾ ਪਸੀਨਾ ਹੋ ਗਿਆ ਸੀ ਅਤੇ ਉਹ ਸੋਚ ਰਿਹਾ ਸੀ ਕਿ ਇਹ ਸਭ ਮੇਰੇ ਨਾਲ ਕਿਉਂ ਹੋ ਰਿਹਾ ਹੈ। ਸਵੇਰ ਹੋ ਗਈ ਸੀ ਪਰ ਹਰੀਆ ਨਾ ਜਾਗਿਆ ਤਾਂ ਉਸ ਦੀ ਘਰਵਾਲੀ ਨੇ ਉਸ ਨੂੰ ਜਗਾਉਣ ਲਈ ਹੱਥ ਪਾਇਆ ਤਾਂ ਉਸਨੇ ਆਤਮਾ ਦਾ ਚਿਹਰਾ ਉਸ ਦੇ ਚਿਹਰੇ ਵਿੱਚ ਦੇਖਿਆ। ਉਹ ਚੀਕਿਆ। ਫਿਰ ਉਸ ਦੀ ਪਤਨੀ ਨੇ ਕਿਹਾ, ਕੀ ਹੋਇਆ? ਤੁਸੀਂ ਸ਼ਾਮ ਤੋਂ ਕਿਸੇ ਅਜੀਬ ਚੀਜ਼ ਤੋਂ ਡਰੇ ਹੋਏ ਹੋ। ਕੀ ਤੁਸੀਂ ਸ਼ਾਮ ਨੂੰ ਖਾਣਾ ਵੀ ਨਹੀਂ ਖਾਇਆ ਸੀ? ਆਖਿਰ ਤੁਹਾਨੂੰ ਕੀ ਹੋਇਆ ਹੈ? ਦੱਸੋ। ਫਿਰ ਉਸਨੇ ਸਾਰੀ ਗੱਲ ਦੱਸੀ। ਫਿਰ ਉਹ ਸਮਝੀ ਕਿ ਹਰੀਆ ਉਦੋਂ ਹੀ ਪਰੇਸ਼ਾਨ ਹੈ। ਹੌਲੀ ਹੌਲੀ ਸਾਰੇ ਪਿੰਡ ਵਿੱਚ ਇਹ ਗੱਲ ਫੈਲ ਗਈ ਕਿ ਉਹ ਪਾਗਲ ਔਰਤ ਭੂਤ ਬਣ ਗਈ ਹੈ। ਉਦੋਂ ਹੀ ਕੁਝ ਲੋਕਾਂ ਨੇ ਦੱਸਿਆ ਕਿ ਰਾਤ ਨੂੰ ਕੁਝ ਲੋਕਾਂ ਨੇ ਉਹਦੀ ਆਵਾਜ਼ ਵੀ ਸੁਣੀ ਹੋਈ ਜੋ ਜੰਗਲ ਵਿੱਚੋਂ ਆ ਰਹੀ ਸੀ ਕਿ ਮੈਨੂੰ ਬਚਾਓ, ਮੈਨੂੰ ਇਸ ਨਰਕ ਵਿੱਚੋਂ ਬਾਹਰ ਕੱਢੋ। ਹੁਣ ਸਾਰੇ ਲੋਕ ਚਿੰਤਾ ਵਿੱਚ ਸਨ ਕਿ ਸ਼ਹਿਰ ਨੂੰ ਜਾਣ ਦਾ ਰਸਤਾ ਵੀ ਬੰਦ ਹੋ ਗਿਆ ਹੈ। ਹੁਣ ਅਸੀਂ ਕੀ ਕਰੀਏ? ਫਿਰ ਕੁਝ ਲੋਕਾਂ ਨੇ ਕਿਹਾ ਕਿ ਅਸੀਂ ਕਿਸੇ ਮਹਾਪੁਰਸ਼ ਦੀ ਸਲਾਹ ਲੈਣੀ ਚਾਹੀਦੀ ਹੈ ਕਿ ਇਹ ਸਭ ਮਾਜਰਾ ਕੀ ਹੈ। ਫਿਰ ਇੱਕ ਆਦਮੀ ਨੇ ਕਿਹਾ ਕਿ ਨੱਥੀ ਲਾਲ ਭਗਤ ਜੀ ਨੇੜਲੇ ਪਿੰਡ ਵਿੱਚ ਰਹਿੰਦੇ ਹਨ। ਉਹ ਆਤਮਾਵਾਂ ਬਾਰੇ ਬਹੁਤ ਕੁਝ ਜਾਣਦੇ ਹਨ। ਜਦੋਂ ਸੁਖੀਆ ਦੇ ਪੁੱਤਰ ਨੂੰ ਆਤਮਾ ਨੇ ਫੜ ਲਿਆ ਸੀ ਤਾਂ ਉਸਨੇ ਹੀ ਆਤਮਾ ਤੋਂ ਛੁਡਾਇਆ ਸੀ। ਫਿਰ ਕੁਝ ਲੋਕਾਂ ਨੇ ਕਿਹਾ ਕਿ ਇਹ ਠੀਕ ਰਹੇਗਾ। ਸਾਰਿਆਂ ਨੇ ਉਸ ਭਗਤ ਜੀ ਨੂੰ ਪਿੰਡ ਬੁਲਾ ਕੇ ਸਾਰੀ ਘਟਨਾ ਦੱਸੀ। ਭਗਤ ਜੀ ਨੇ ਕਿਹਾ ਕਿ ਤੁਸੀਂ ਉਸ ਦੀ ਦੇਹ ਨੂੰ ਨਾ ਸਾੜ ਕੇ ਬਹੁਤ ਵੱਡੀ ਗਲਤੀ ਕੀਤੀ ਹੈ। ਇੰਨਾ ਵੱਡਾ ਜੰਗਲ ਸੀ, ਤੁਹਾਡੇ ਤੋਂ 4 ਲੱਕੜਾਂ ਨਹੀਂ ਇਕੱਠੀਆਂ ਹੋਈਆਂ। ਘੋਰ ਕਲਯੁਗ ਹੈ ਇਹ। ਬੰਦਾ ਭਾਵੇਂ ਕਿਹੋ ਜਿਹਾ ਵੀ ਹੋਵੇ, ਜਦੋਂ ਮਰਦਾ ਹੈ ਤਾਂ ਉਸ ਦਾ ਦੁਸ਼ਮਣ ਵੀ ਉਸ ਦੇ ਅੰਤਿਮ ਸਮੇਂ ਤੇ ਅਰਥੀ ਨੂੰ ਮੋਢਾ ਲਾਉਣ ਆਉਂਦਾ ਹੈ। ਪਰ ਤੁਸੀਂ ਸਾਰਿਆਂ ਹੱਦਾਂ ਪਾਰ ਕਰ ਦਿੱਤੀਆਂ ਹਨ। ਆਓ ਹੁਣੇ ਜੋ ਵੀ ਵਾਪਰਿਆ ਹੈ ਉਸ ਨਾਲ ਨਿਪਟਣ ਲਈ ਤਿਆਰੀ ਕਰੀਏ। ਫਿਰ ਭਗਤ ਜੀ ਨੇ ਹਵਨ ਕੀਤਾ ਅਤੇ ਧਿਆਨ ਲਾ ਕੇ ਦੇਖਿਆ ਤਾਂ ਉਸ ਆਤਮਾ ਨੂੰ ਬੰਨਿਆ ਹੋਇਆ ਦੇਖਿਆ। ਪੰਡਿਤ ਜੀ ਨੇ ਪੁੱਛਿਆ ਕਿ ਤੈਨੂੰ ਇੱਥੇ ਕਿਸ ਨੇ ਬੰਨਿਆ ਹੈ? ਫਿਰ ਉਸਨੇ ਕਿਹਾ ਕਿ ਮੈਨੂੰ ਇੱਕ ਦਰਿੰਦੇ ਨੇ ਬੰਨਿਆ ਹੋਇਆ ਹੈ। ਪਹਿਲਾਂ ਉਸਨੇ ਮੈਨੂੰ ਮਾਰ ਕੇ ਦਰਖਤ ਤੇ ਟੰਗਿਆ ਸੀ। ਫਿਰ ਪਿੰਡ ਵਾਲਿਆਂ ਨੇ ਮੇਰੀ ਲਾਸ਼ ਦਾ ਸੰਸਕਾਰ ਨਹੀਂ ਕੀਤਾ। ਇਸਨੇ ਮੇਰਾ ਸਰੀਰ ਕਿਤੇ ਛੁਪਾਇਆ ਹੈ। ਇਸਨੇ ਮੇਰੀ ਆਤਮਾ ਨੂੰ ਕੈਦ ਕਰ ਲਿਆ ਹੈ ਔਰ ਮੈਂ ਉਨਾ ਚਿਰ ਹੀ ਕੈਦ ਰਹਾਂਗੀ ਜਦ ਤੱਕ ਮੇਰਾ ਅੰਤਿਮ ਸੰਸਕਾਰ ਨਹੀਂ ਹੋ ਜਾਂਦਾ। ਮੈਂ ਇਹ ਗੱਲ ਹਰੀਆ ਨੂੰ ਵੀ ਦੱਸਣਾ ਚਾਹੁੰਦੀ ਸੀ। ਜਦੋਂ ਤੱਕ ਮੈਂ ਉਸ ਨੂੰ ਕੁਝ ਦੱਸਦੀ, ਇਸ ਤੋਂ ਪਹਿਲਾਂ ਉਸ ਵਹਿਸ਼ੀ ਦਰਿੰਦੇ ਨੇ ਉਸ ਨੂੰ ਸੱਟ ਮਾਰ ਦਿੱਤੀ ਅਤੇ ਉਸ ਨੂੰ ਬੇਹੋਸ਼ ਕਰ ਦਿੱਤਾ। ਫਿਰ ਮੈਂ ਉਸ ਨੂੰ ਉਸ ਤੋਂ ਬਚਾਇਆ। ਤਦ ਪੰਡਿਤ ਜੀ ਨੇ ਸਭ ਕੁਝ ਸਮਝ ਲਿਆ ਅਤੇ ਕਿਹਾ ਕਿ ਤੁਸੀਂ ਚਿੰਤਾ ਨਾ ਕਰੋ, ਮੈਂ ਕਰਾਂਗਾ। ਯਕੀਨੀ ਤੌਰ ਤੇ ਤੁਹਾਨੂੰ ਆਜ਼ਾਦ ਕੀਤਾ ਜਾਊਗਾ। ਫਿਰ ਭਗਤ ਜੀ ਨੇ ਅੱਖਾਂ ਖੋਲ੍ਹੀਆਂ ਤਾਂ ਉਹਨਾਂ ਕਿਹਾ, ਚਲੋ ਮੈਨੂੰ ਉਸ ਦਰਖਤ ਤੇ ਲੈ ਚਲੋ ਜਿੱਥੇ ਉਹ ਮਰ ਗਈ ਸੀ। ਪੰਡਿਤ ਜੀ ਨੇ ਕਿਹਾ ਕਿ ਜਿਸ ਤਰੀਕੇ ਨਾਲ ਅੰਤਿਮ ਸੰਸਕਾਰ ਕੀਤਾ ਜਾਂਦਾ ਹੈ ਉਹ ਸਾਰੀਆਂ ਚੀਜ਼ਾਂ ਲੈ ਕੇ ਆਓ। ਫਿਰ ਪਿੰਡ ਵਾਲੇ ਸਭ ਕੁਝ ਲੈ ਕੇ ਆ ਗਏ। ਪੰਡਿਤ ਜੀ ਅੱਗੇ ਅਤੇ ਪਿੰਡ ਵਾਲੇ ਪਿੱਛੇ ਪਿੱਛੇ ਚੱਲ ਪਏ ਅਤੇ ਉਹਨਾਂ ਨੇ ਦੇਖਿਆ ਕਿ ਦਰਖਤ ਬਹੁਤ ਹੀ ਵਿਸ਼ਾਲ ਤੇ ਸੰਘਣਾ ਹੋ ਗਿਆ ਸੀ ਅਤੇ ਲਾਸ਼ ਦਾ ਕੁਝ ਵੀ ਅਤਾ ਪਤਾ ਨਹੀਂ ਲੱਗ ਰਿਹਾ ਸੀ, ਨਾ ਹੀ ਉਸ ਦੀਆਂ ਹੱਡੀਆਂ। ਤਾਂ ਪੰਡਿਤ ਜੀ ਨੇ ਕਿਹਾ, ਸਾਰੇ ਲੋਕ ਉੱਪਰ ਚੜ੍ਹ ਕੇ ਲੱਭੋ, ਅਸੀਂ ਸ਼ਾਮ ਤੋਂ ਪਹਿਲਾਂ ਇਹ ਕੰਮ ਕਰਨਾ ਹੈ। ਫਿਰ ਸਾਰੇ ਲੋਕ ਉਸ ਦਰਖਤ ਤੇ ਚੜ੍ਹ ਗਏ। ਉਸ ਲਾਸ਼ ਨੂੰ ਲੱਭਣ ਲੱਗੇ। ਕਾਫੀ ਦੇਰ ਤੱਕ ਲਾਸ਼ ਨਹੀਂ ਮਿਲੀ। ਸਾਰੇ ਲੋਕ ਸੋਚਣ ਲੱਗੇ ਕਿ ਲਾਸ਼ ਕਿੱਥੇ ਚਲੀ ਗਈ ਹੈ, ਹੱਡੀਆਂ ਕਿੱਥੇ ਹਨ। ਤਾਂ ਪੰਡਿਤ ਜੀ ਨੇ ਨਿੰਬੂ ਦੇ ਕੇ ਸਾਰਿਆਂ ਨੂੰ ਕਿਹਾ ਕਿ ਜਿੱਥੇ ਇਹ ਨਿੰਬੂ ਲਾਲ ਹੋਵੇ ਉੱਥੇ ਲਾਸ਼ ਮਿਲ ਜਾਏਗੀ। 2-3 ਮਿੰਟਾਂ ਬਾਅਦ ਇੱਕ ਆਦਮੀ ਬੋਲਿਆ, ਮਿਲ ਗਈ ਲਾਸ਼, ਇਹ ਤਾਂ ਇੱਕ ਪਿੰਜਰ ਹੈ। ਜਿਵੇਂ ਹੀ ਉਸਨੇ ਇਹ ਕਿਹਾ ਸਾਰੇ ਲੋਕ ਚੀਕਣ ਲੱਗੇ। ਭੂਤ ਪ੍ਰੇਤ। ਉਹਨਾਂ ਦੇ ਸਾਹਮਣੇ ਇੱਕ ਭਿਆਨਕ ਆਦਮੀ ਖੜਾ ਦੇਖਿਆ। ਉਸਦੇ ਫਟੇ ਦੰਦ, ਅੱਖਾਂ ਬਗਿਆੜ ਵਰਗਾ, ਲਾਲ ਲਾਲ ਮੂੰਹ, ਇਹ ਵੱਡੇ ਵੱਡੇ ਨੌਂ। ਲੋਕ ਉੱਪਰੋਂ ਛਾਲਾਂ ਮਾਰਦੇ ਹਨ। ਡਰਦੇ ਮਾਰੇ ਇੱਕ ਨੂੰ ਉਸ ਬਗਿਆੜ ਨੇ ਇਸ ਤਰ੍ਹਾਂ ਫੜ ਲਿਆ ਕਿ ਉਹ ਸਿੱਧਾ ਹੇਠਾਂ ਆ ਗਿਰਿਆ ਅਤੇ ਹਾ 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 ਕਰਕੇ ਹੱਸਣ ਲੱਗਾ। ਇਸ ਨੂੰ ਕੋਈ ਨਹੀਂ ਲਵੇਗਾ, ਇਹ ਮੇਰੀ ਹੈ, ਮੈਂ ਇਸ ਨੂੰ ਸਾਲਾਂ ਤੋਂ ਸਜਾ ਕੇ ਰੱਖਿਆ ਹੈ। ਉਸਨੇ ਗੁੱਸੇ ਵਿੱਚ ਸਾਰਾ ਦਰਖਤ ਹੀ ਹਿਲਾ ਦਿੱਤਾ। ਐਵੇਂ ਹੁੰਦੇ ਦੇਖ ਪੰਡਿਤ ਜੀ ਨੇ ਮੰਤਰ ਪੜ੍ਹਨਾ ਸ਼ੁਰੂ ਕੀਤਾ। ਪੰਡਿਤ ਜੀ ਨੂੰ ਮੰਤਰ ਪੜ੍ਹਦੇ ਦੇਖ ਹੈਵਾਨ ਨੇ ਉਹਨਾਂ ਦੇ ਹਮਲਾ ਕਰ ਦਿੱਤਾ। ਪਰ ਪੰਡਿਤ ਜੀ ਦੇ ਮੰਤਰ ਨਹੀਂ ਰੁਕੇ। ਉਹਨਾਂ ਨੇ ਮੰਤਰ ਦਾ ਜਾਪ ਕੀਤਾ ਅਤੇ ਹੈਵਾਨ ਤੇ ਮਿੱਟੀ ਸੁੱਟ ਦਿੱਤੀ। ਜਿੱਥੇ ਉਸਦੇ ਸਰੀਰ ਤੇ ਮਿੱਟੀ ਡਿੱਗੀ, ਹੈਵਾਨ ਦਾ ਸਰੀਰ ਉੱਥੋਂ ਗਲਣਾ ਸ਼ੁਰੂ ਹੋ ਗਿਆ। ਉਸ ਹੈਵਾਨ ਦਾ ਇੱਕ ਹੱਥ ਟੁੱਟ ਕੇ ਡਿੱਗ ਪਿਆ। ਫਿਰ ਉਹ ਹੈਵਾਨ ਪੰਡਿਤ ਜੀ ਉੱਤੇ ਝਪਟਿਆ। ਪੰਡਿਤ ਜੀ ਉਸ ਥਾਂ ਤੋਂ ਹਟ ਗਏ ਅਤੇ ਹੈਵਾਨ ਹੇਠਾਂ ਡਿੱਗ ਪਿਆ। ਪੰਡਿਤ ਜੀ ਨੇ ਫਿਰ ਮੰਤਰ ਪੜ੍ਹ ਕੇ ਉਸ ਤੇ ਮਿੱਟੀ ਮਾਰੀ। ਹੈਵਾਨ ਉੱਥੇ ਹੀ ਢੇਰ ਹੋ ਗਿਆ। ਉਸ ਦੀ ਆਤਮਾ ਬਾਹਰ ਨਿਕਲੀ ਅਤੇ ਇੱਕ ਪਿੰਡ ਵਾਸੀ ਵਿੱਚ ਦਾਖਲ ਹੋਈ। ਉਸਨੇ ਪਿੰਡ ਵਾਸੀਆਂ ਨੂੰ ਮਾਰਨਾ ਸ਼ੁਰੂ ਕਰ ਦਿੱਤਾ। ਉਸਨੇ ਇੱਕ ਦਾ ਸਿਰ ਫਾੜ ਦਿੱਤਾ ਅਤੇ ਇੱਕ ਦਾ ਹੱਥ ਚਬਾ ਦਿੱਤਾ। ਇਹ ਬਹੁਤ ਖਤਰਨਾਕ ਹੋ ਰਿਹਾ ਸੀ। ਦੂਜੇ ਪਾਸੇ ਸ਼ਾਮ ਹੋ ਰਹੀ ਸੀ ਤਾਂ ਪੰਡਿਤ ਜੀ ਨੇ ਇੱਕ ਰੱਸੀ ਨੂੰ ਉਸ ਵੱਲ ਸੁੱਟ ਦਿੱਤਾ
ਅਤੇ ਇੱਕ ਹੋਰ ਆਦਮੀ ਨੇ ਉਸ ਨੂੰ ਫੜ ਲਿਆ ਅਤੇ ਉਸ ਨੂੰ ਇੱਕ ਦਰਖਤ ਨਾਲ ਬੰਨ੍ਹ ਦਿੱਤਾ ਅਤੇ 2-4 ਮੰਤਰ ਜਾਪ ਕਰਕੇ ਉਸ ਨੂੰ ਮਾਰੇ। ਛੇਤੀ ਕਰੋ, ਸ਼ਾਮ ਹੋਣ ਵਾਲੀ ਹੈ। ਕਿਤੇ ਹੋਰ ਰੂਹਾਂ ਇੱਥੇ ਆਉਣ ਉਸ ਤੋਂ ਪਹਿਲਾਂ ਉਸ ਲਾਸ਼ ਨੂੰ ਹੇਠਾਂ ਉਤਾਰ ਕੇ ਸੰਸਕਾਰ ਕਰੋ। ਫਿਰ ਕੁਝ ਲੋਕਾਂ ਨੇ ਉਸ ਨੂੰ ਚੁੱਕ ਕੇ ਲੱਕੜਾਂ ਤੇ ਲਿਟਾ ਦਿੱਤਾ ਅਤੇ ਅੱਗ ਲਾ ਦਿੱਤੀ। ਹੈਵਾਨ ਦਰਖਤ ਨਾਲ ਬੰਨਿਆ ਹੋਇਆ ਸੀ ਅਤੇ ਚੀਕ ਰਿਹਾ ਸੀ, ਇਸ ਨੂੰ ਨਾ ਸਾੜੋ, ਨਾ ਸਾੜੋ। ਸਹੀ ਤਰੀਕੇ ਨਾਲ ਸੰਸਕਾਰ ਹੋਣ ਦੇ ਕਾਰਨ ਇੱਕ ਜਵਾਲਾ ਨਿਕਲੀ ਅਤੇ ਕਹਿਣ ਲੱਗੀ, ਇਸ ਹੈਵਾਨ ਦੀ ਮੁਕਤੀ ਦੇ ਲਈ ਇਸ ਦਾ ਵੀ ਸਹੀ ਸਰੀਰ ਲੱਭੋ ਅਤੇ ਸੰਸਕਾਰ ਕਰੋ, ਨਹੀਂ ਤਾਂ ਇਹ ਇਸੇ ਤਰ੍ਹਾਂ ਲੋਕਾਂ ਨੂੰ ਪਰੇਸ਼ਾਨ ਕਰੇਗਾ। ਪੰਡਿਤ ਜੀ ਨੇ ਉਸ ਦੀ ਗੱਲ ਦਾ ਸਵਾਗਤ ਕੀਤਾ, ਇਹ ਕਹਿ ਕੇ ਉਹ ਆਪ ਹੀ ਉਸ ਦੇ ਸਰੀਰ ਵਿੱਚੋਂ ਨਿਕਲੀ ਆਵੇਗਾ। ਇਹ ਸਭ ਦੱਸ ਕੇ ਉਹ ਅੱਗ ਦੇ ਗੋਲੇ ਵਾਂਗ ਅਸਮਾਨ ਵੱਲ ਚਲੀ ਗਈ। ਫਿਰ ਪੰਡਿਤ ਜੀ ਨੇ ਦੇਰ ਨਾ ਕੀਤੀ ਅਤੇ ਉਸ ਦੇ ਸਰੀਰ ਨੂੰ ਵੀ ਸਾੜ ਦਿੱਤਾ। ਫਿਰ ਉਹ ਚੀਕਿਆ, ਮੈਨੂੰ ਨਾ ਸੜੋ, ਮੈਨੂੰ ਨਾ ਸੜੋ। ਜਦ ਤੱਕ ਉਸ ਦੇ ਸਰੀਰ ਨੂੰ ਅੱਗ ਲੱਗ ਗਈ ਸੀ, ਉਹ ਸੜ ਗਿਆ ਅਤੇ ਉਸ ਦੀ ਆਤਮਾ ਉਸ ਪਿੰਡ ਵਾਲੇ ਦੀ ਦੇਹ ਨੂੰ ਛੱਡ ਕੇ ਆਸਮਾਨ ਨੂੰ ਚਲੀ ਗਈ। ਫਿਰ ਉਸ ਆਦਮੀ ਨੂੰ ਰੱਸੀ ਨਾਲੋਂ ਛੱਡ ਦਿੱਤਾ ਗਿਆ। ਫਿਰ ਉਸ ਦੇ ਸਰੀਰ ਨੂੰ ਹੋਸ਼ ਆ ਗਿਆ। ਫਿਰ ਸਾਰੇ ਉਸ ਨੂੰ ਪਿੰਡ ਲੈ ਆਏ। ਫਿਰ ਸਾਰਿਆਂ ਨੇ ਭਗਤ ਜੀ ਨੂੰ ਰਾਮ-ਰਾਮ ਕਿਹਾ ਅਤੇ ਭਗਤ ਜੀ ਆਪਣੇ ਪਿੰਡ ਚਲੇ ਗਏ। ਉਦੋਂ ਤੋਂ ਉਸ ਪਿੰਡ ਵਿੱਚ ਸ਼ਾਂਤੀ ਆ ਗਈ। ਫਿਰ ਕਦੇ ਐਸੀ ਘਟਨਾ ਨਹੀਂ ਘਟੀ। ਦੋਸਤੋ, ਤੁਸੀਂ ਇਸ ਕਹਾਣੀ ਬਾਰੇ ਕੀ ਸੋਚਦੇ ਹੋ? ਕਮੈਂਟ ਕਰਕੇ ਦੱਸੋ। ਖੈਰ, ਚੱਲਦੇ ਹਾਂ ਅਗਲੀ ਕਹਾਣੀ ਤੇ। ਮੈਂ ਤੁਹਾਨੂੰ ਆਪਣੇ ਮਿੱਤਰ ਨੀਲੇਸ਼ ਦੀ ਬਹਿਨ ਨੀਲਿਮਾ ਅਤੇ ਉਸ ਦੀ ਸਾਲੀ ਨੀਤੂ ਦੀ ਆਪ ਬੀਤੀ ਆਪ ਲੋਕਾਂ ਨੂੰ ਦੱਸਣਾ ਚਾਹੁੰਦੀ ਹਾਂ। ਕੁਝ ਦਿਨ ਪਹਿਲਾਂ ਨੀਲੇਸ਼ ਨੇ ਮੈਨੂੰ ਦੱਸਿਆ ਸੀ ਕਿ ਉਸ ਦੀ ਭੈਣ ਦੀ ਮੌਤ ਹੋ ਗਈ ਹੈ। ਇਹ ਸੁਣ ਕੇ ਮੈਂ ਬਹੁਤ ਦੁਖੀ ਹੋ ਗਈ। ਮੈਂ ਉਸ ਦੀ ਮੌਤ ਦਾ ਕਾਰਨ ਪੁੱਛਿਆ ਤਾਂ ਉਸਨੇ ਮੈਨੂੰ ਪੂਰੀ ਘਟਨਾ ਸੁਣਾਈ। ਕੁਝ ਦਿਨ ਪਹਿਲਾਂ ਨੀਲੇਸ਼, ਉਸ ਦੀ ਭੈਣ ਨੀਲਿਮਾ ਅਤੇ ਉਸ ਦੀ ਸਾਲੀ ਨੀਤੂ ਕਿਤੇ ਘੁੰਮਣ ਵਾਸਤੇ ਗਏ ਸੀਗੇ। ਨੀਲੇਸ਼ ਦੀ ਭੈਣ ਅਤੇ ਨੀਤੂ ਦੋਨੋਂ ਬਹੁਤ ਅੱਛੀ ਦੋਸਤ ਸੀਗੀ। ਲੌਟਦੇ ਵਕਤ ਕਾਫੀ ਰਾਤ ਹੋ ਗਈ ਸੀ। ਰਾਸਤੇ ਵਿੱਚ ਉਸ ਦੀ ਭੈਣ ਦੀ ਤਬੀਅਤ ਖਰਾਬ ਹੋ ਗਈ ਸੀ। ਉਸ ਨੂੰ ਕਾਫੀ ਠੰਡ ਲੱਗ ਰਹੀ ਸੀ। ਸਾਡਾ ਘਰ ਅਜੇ ਵੀ 100 ਕਿਲੋਮੀਟਰ ਦੂਰ ਸੀਗਾ ਅਤੇ ਰਾਸਤੇ ਵਿੱਚ ਕੋਈ ਵੀ ਰੁਕਣ ਦੀ ਜਗ੍ਹਾ ਨਹੀਂ ਮਿਲ ਰਹੀ ਸੀ। ਥੋੜੀ ਦੇਰ ਦੇ ਬਾਅਦ ਸਾਨੂੰ ਇੱਕ ਹੋਟਲ ਦਿਖਾਈ ਦਿੱਤਾ। ਨੀਤੂ ਨੇ ਹੋਟਲ ਵਿੱਚ ਰੁਕ ਕੇ ਉਸ ਦੀ ਭੈਣ ਨੂੰ ਆਰਾਮ ਦੇਣ ਵਾਸਤੇ ਕਿਹਾ। ਉਸ ਹੋਟਲ ਦੇ ਕਾਊਂਟਰ ਤੇ ਜਦੋਂ ਅਸੀਂ ਰੂਮ ਬਾਰੇ ਪੁੱਛਿਆ ਤਾਂ ਉਹਨਾਂ ਨੇ ਸਾਨੂੰ ਦੱਸਿਆ ਕਿ ਇਸ ਹੋਟਲ 'ਚ ਸਾਰੇ ਰੂਮ ਫੁੱਲ ਨੇ, ਕਿਉਂਕਿ ਉਸ ਰਾਸਤੇ ਵਿੱਚ ਕੇਵਲ ਉਹੀ ਇੱਕ ਢੰਗ ਦੀ ਹੋਟਲ ਸੀ। ਲੇਕਿਨ ਉਸੇ ਵੇਲੇ ਹੋਟਲ ਦੇ ਮੈਨੇਜਰ ਨੇ ਦੱਸਿਆ ਕਿ ਇੱਕ ਰੂਮ ਖਾਲੀ ਹੈ, ਰੂਮ ਨੰਬਰ 13। ਅਸੀਂ ਉਸ ਸਮੇਂ ਅੰਧ ਵਿਸ਼ਵਾਸੀ ਵਾਲੀ ਗੱਲਾਂ ਨੂੰ ਨਾ ਸੋਚ ਕੇ ਰੂਮ ਲੈ ਲਿਆ। ਜੈਸਾ ਕਿ ਤੁਸੀਂ ਜਾਣਦੇ ਹੀ ਹੋਵੋਗੇ ਕਿ ਰੂਮ ਨੰਬਰ 13 ਨੂੰ ਅਸ਼ੁਭ ਮੰਨਿਆ ਜਾਂਦਾ ਹੈ ਅਤੇ ਕਈ ਹੋਟਲਾਂ ਵਿੱਚ ਇਸ ਨੰਬਰ ਦਾ ਕੋਈ ਰੂਮ ਨਹੀਂ ਹੁੰਦਾ ਹੈ। ਲੇਕਿਨ ਇਹ ਹੋਟਲ ਕਈ ਸਾਲ ਪੁਰਾਣਾ ਸੀ। ਜਿਵੇਂ ਹੀ ਉਹ ਤਿੰਨੋਂ ਉਸ ਰੂਮ ਦੇ ਵਿੱਚ ਗਏ ਤਾਂ ਉਹਨਾਂ ਨੂੰ ਨੈਗੇਟਿਵ એનર્ਜੀ ਮਹਿਸੂਸ ਹੋਈ। ਉਸ ਰੂਮ ਦੀ ਕੰਡੀਸ਼ਨ ਤਾਂ ਠੀਕ ਸੀ, ਲੇਕਿਨ ਐਸਾ ਲੱਗ ਰਿਹਾ ਸੀ ਜਿਸ ਦੇ ਬਰਸਾਂ ਤੋਂ ਇੱਥੇ ਕੋਈ ਵੀ ਰਹਿਣ ਵਾਸਤੇ ਨਹੀਂ ਆਇਆ ਹੋ। ਉਹਨਾਂ ਨੇ ਕੁਝ ਜ਼ਿਆਦਾ ਨਹੀਂ ਸੋਚਿਆ। ਹੁਣ ਉਹ ਆਪਣੀ ਬਹਿਨ ਨੀਲਿਮਾ ਦੇ ਲਈ ਕਾਊਂਟਰ ਤੋਂ ਪੇਨ ਕਿਲਰ ਲੈ ਕੇ ਆ ਰਿਹਾ ਸੀ। ਕਾਊਂਟਰ ਤੋਂ ਟੈਬਲੇਟ ਲੈ ਕੇ ਜਿਵੇਂ ਹੀ ਰੂਮ ਦੇ ਵਿੱਚ ਆਇਆ ਤਾਂ ਦੇਖਿਆ ਕਿ ਉਸ ਦੀ ਭੈਣ ਬਾਲਕਨੀ ਵਿੱਚ ਖੜੀ ਗੱਲਾਂ ਕਰ ਰਹੀ ਸੀ। ਨੀਲੇਸ਼ ਨੇ ਸੋਚਿਆ ਕਿ ਨੀਤੂ ਅਤੇ ਉਸ ਦੀ ਭੈਣ ਦੋਨੋਂ ਬਾਲਕਨੀ ਦੇ ਵਿੱਚ ਗੱਲਾਂ ਕਰ ਰਹੀਆਂ ਹਨ, ਲੇਕਿਨ ਜਿਵੇਂ ਹੀ ਉਸ ਦੇ ਕੋਲ ਗਿਆ ਤਾਂ ਉਸ ਦੀ ਭੈਣ ਦੇ ਇਲਾਵਾ ਉੱਥੇ ਕੋਈ ਨਹੀਂ ਸੀਗਾ। ਉਸਨੇ ਉਸ ਦੀ ਭੈਣ ਤੋਂ ਪੁੱਛਿਆ ਕਿ ਤੂੰ ਕਿਸ ਦੇ ਨਾਲ ਗੱਲਾਂ ਕਰ ਰਹੀ ਸੀ, ਤਾਂ ਉਸਨੇ ਸਿਰਫ ਸਿਰ ਹਿਲਾ ਕੇ ਮਨਾ ਕਰ ਦਿੱਤਾ। ਉਸੇ ਵੇਲੇ ਨੀਤੂ ਵਾਸ਼ਰੂਮ ਤੋਂ ਬਾਹਰ ਆਈ। ਨੀਲੇਸ਼ ਘਬਰਾ ਗਿਆ ਕਿ ਅਗਰ ਨੀਤੂ ਵਾਸ਼ਰੂਮ ਵਿੱਚ ਸੀ ਤਾਂ ਨੀਲਿਮਾ ਕਿਸ ਦੇ ਨਾਲ ਗੱਲਾਂ ਕਰ ਰਹੀ ਸੀ। ਨੀਲੇਸ਼ ਨੇ ਨੀਲਿਮਾ ਨੂੰ ਟੈਬਲੇਟ ਦਿੱਤੀ ਅਤੇ ਸੋ ਜਾਣ ਵਾਸਤੇ ਕਿਹਾ। ਹੁਣ ਨੀਤੂ ਅਤੇ ਨੀਲਿਮਾ ਦੋਨੋਂ ਬੈੱਡ ਤੇ ਸੋ ਗਏ ਅਤੇ ਨੀਲੇਸ਼ ਸੋਫੇ ਤੇ ਸੋ ਗਿਆ। ਸਵੇਰ ਜਦੋਂ ਕਲੀਨਰ ਕਮਰੇ ਦੀ ਸਫਾਈ ਲਈ ਆਇਆ ਤਾਂ ਦਰਵਾਜ਼ਾ ਖੁੱਲਾ ਸੀ ਅਤੇ ਉਹ ਜਦ ਅੰਦਰ ਆਇਆ ਤਾਂ ਦੇਖਦਾ ਹੈ ਕਿ ਕਮਰੇ ਵਿੱਚ ਖੂਨ ਹੀ ਖੂਨ ਸੀਗਾ। ਨੀਲਿਮਾ ਮਰ ਚੁੱਕੀ ਸੀ। ਕਲੀਨਰ ਜ਼ੋਰ ਤੋਂ ਚਿল্ਲਾਇਆ ਤਾਂ ਮੇਰੀ ਨੀਂਦ ਖੁੱਲ ਗਈ ਅਤੇ ਦੇਖਿਆ ਕਿ ਨੀਲਿਮਾ ਦੀ ਮੌਤ ਹੋ ਚੁੱਕੀ ਸੀ ਅਤੇ ਨੀਤੂ ਬੇਹੋਸ਼ ਹੋ ਗਈ ਸੀ। ਨੀਲੇਸ਼ ਜ਼ੋਰ-ਜ਼ੋਰ ਤੋਂ ਰੋਣ ਲੱਗਾ ਅਤੇ ਮੈਨੇਜਰ ਨੂੰ ਬੁਲਾਇਆ। ਮੈਨੇਜਰ ਨੇ ਤੁਰੰਤ ਐਂਬੂਲੈਂਸ ਨੂੰ ਬੁਲਾਇਆ ਅਤੇ ਦੋਨਾਂ ਨੂੰ ਹਸਪੀਟਲ ਲੈ ਗਏ। ਨੀਲਿਮਾ ਤਾਂ ਮਰ ਚੁੱਕੀ ਸੀ, ਲੇਕਿਨ ਨੀਤੂ ਥੋੜੀ ਦੇਰ ਦੇ ਬਾਅਦ ਉਹਨੂੰ ਹੋਸ਼ ਆ ਗਿਆ ਸੀ। ਜਿਵੇਂ ਹੀ ਨੀਤੂ ਨੂੰ ਹੋਸ਼ ਆਇਆ ਤਾਂ ਉਸ ਦੇ ਪਿੱਛੇ ਉਸ ਦੀ ਭੈਣ ਦੀ ਆਤਮਾ ਸੀ ਜੋ ਉਸ ਤੋਂ ਬੋਲ ਰਹੀ ਸੀ, ਤੂੰ ਮੈਨੂੰ ਮਾਰ ਦਿੱਤਾ। ਇਹ ਕਹਿ ਕੇ ਉਹ ਗਾਇਬ ਹੋ ਗਈ। ਨੀਲਿਮਾ ਕਾਫੀ ਬੁਰੀ ਤਰ੍ਹਾਂ ਡਰ ਗਈ। ਹੁਣ ਨੀਲੇਸ਼ ਵਿੱਚ ਨੀਤੂ ਤੋਂ ਸਾਰੀ ਘਟਨਾ ਪੁੱਛੀ ਤਾਂ ਉਸਨੇ ਦੱਸਿਆ ਕਿ ਰਾਤ ਨੂੰ ਜਦੋਂ ਮੈਂ ਪਾਣੀ ਪੀਣ ਵਾਸਤੇ ਉੱਠੀ ਤਾਂ ਦੇਖਿਆ ਕਿ ਨੀਤੂ ਫਿਰ ਤੋਂ ਬਾਲਕਨੀ ਦੇ ਵਿੱਚ ਬੈਠੀ ਸੀ ਅਤੇ ਕੁਝ ਬੜਬੜਾ ਰਹੀ ਸੀ ਅਤੇ ਮੈਂ ਜਿਵੇਂ ਹੀ ਉਸ ਦੇ ਕੋਲ ਗਈ ਅਤੇ ਉਸ ਤੋਂ ਪੁੱਛਿਆ ਕਿ ਉਹ ਇੱਥੇ ਕੀ ਕਰ ਰਹੀ ਹੈ ਤਾਂ ਉਸਨੇ ਮੈਨੂੰ ਜ਼ੋਰ ਨਾਲ ਧੱਕਾ ਮਾਰਿਆ। ਮੇਰਾ ਸਰ ਦੀਵਾਰ ਤੋਂ ਟਕਰਾ ਗਿਆ ਅਤੇ ਮੈਂ ਬੇਹੋਸ਼ ਹੋ ਗਈ। ਇਸ ਦੇ ਇਲਾਵਾ ਮੈਨੂੰ ਕੁਝ ਵੀ ਯਾਦ ਨਹੀਂ ਹੈ। ਜਿਵੇਂ ਹੀ ਨੀਤੂ ਹਸਪਤਾਲ ਤੋਂ ਛੁੱਟੀ ਲੈ ਕੇ ਆ ਗਈ ਤਾਂ ਨੀਲੇਸ਼ ਦੇ ਨਾਲ ਉਸ ਹੋਟਲ ਤੇ ਗਈ ਅਤੇ ਕਾਊਂਟਰ ਤੇ ਮੈਨੇਜਰ ਦੇ ਨਾਲ ਗੱਲ ਕਰਨ ਵਾਸਤੇ ਕਿਹਾ ਤਾਂ ਉਸ ਨੂੰ ਦੱਸਿਆ ਗਿਆ ਕਿ ਉਸ ਦੀ ਘਟਨਾ ਤੋਂ ਦੂਸਰੇ ਦਿਨ ਹੀ ਮੈਨੇਜਰ ਦੀ ਮੌਤ ਹੋ ਗਈ ਸੀ। ਉਹ ਦੋਨੋਂ ਸ਼ਾਕ ਹੋ ਗਏ। ਉਹਨਾਂ ਨੇ ਕਲੀਨਰ ਤੋਂ ਮਾਜਰਾ ਸਮਝਣ ਦੀ ਕੋਸ਼ਿਸ਼ ਕੀਤੀ ਤਾਂ ਉਸਨੇ ਦੱਸਿਆ ਕਿ ਜਿਸ ਰੂਮ ਵਿੱਚ ਤੁਸੀਂ ਰੁਕੇ ਸੀ ਉਹ ਪ੍ਰੇਤ ਬਾधित ਸੀਗਾ ਅਤੇ ਰਾਤ ਵਿੱਚ ਉੱਥੇ ਕੋਈ ਵੀ ਨਹੀਂ ਰੁਕਦਾ। ਲੇਕਿਨ ਮੈਨੇਜਰ ਨੇ ਪੈਸਿਆਂ ਦੇ ਚੱਕਰ ਵਿੱਚ ਰੂਮ ਤੁਹਾਨੂੰ ਦੇ ਦਿੱਤਾ। ਇਸ ਰੂਮ ਦੇ ਵਿੱਚ ਪਹਿਲਾਂ ਵੀ 2 ਮੌਤਾਂ ਹੋ ਚੁੱਕੀਆਂ ਹਨ। ਹੁਣ ਸਾਰੀ ਗੱਲ ਨੀਲੇਸ਼ ਨੂੰ ਸਮਝ ਆ ਗਈ। ਇਸ ਘਟਨਾ ਦੇ ਬਾਅਦ ਨੀਲੇਸ਼ ਕਾਫੀ ਸਦਮੇ ਵਿੱਚ ਚਲਾ ਗਿਆ ਅਤੇ ਕਦੇ ਵੀ ਕਿਸੇ ਵੀ ਹੋਟਲ ਵਿੱਚ ਨਹੀਂ ਰੁਕਿਆ।
ਦੋਸਤੋ ਤੁਸੀਂ ਵੀ ਆਪਣੀ ਕਹਾਣੀ ਸਾਡੇ ਨਾਲ ਸ਼ੇਅਰ ਕਰ ਸਕਦੇ ਹੋ। ਬਾਕੀ ਤੁਸੀਂ ਇਹਨਾਂ ਕਹਾਣੀਆਂ ਬਾਰੇ ਕੀ ਸੋਚਦੇ ਹੋ ਕਮੈਂਟ ਕਰਕੇ ਦੱਸੋ। ਅਸੀਂ ਤੁਹਾਡੇ ਕਮੈਂਟਾਂ ਦਾ ਬੇਸਬਰੀ ਦੇ ਨਾਲ ਇੰਤਜ਼ਾਰ ਕਰਾਂਗੇ। ਜੇ ਸਾਡੇ ਚੈਨਲ ਤੇ ਤੁਸੀਂ ਨਵੇਂ ਹੋ ਤਾਂ ਸਬਸਕ੍ਰਾਈਬ ਕਰਨਾ ਨਾ ਭੁੱਲੋ ਤਾਂ ਕਿ ਸਾਡਾ ਵੀਡੀਓ ਤੁਹਾਡੇ ਕੋਲ ਸਭ ਤੋਂ ਪਹਿਲਾਂ ਪਹੁੰਚੇ। ਅਤੇ ਸਾਡੇ ਹੋਰ ਵੀਡੀਓ ਦੇਖਣਾ ਚਾਹੁੰਦੇ ਹੋ ਤਾਂ ਸਾਹਮਣੇ ਦਿਖ ਰਹੇ ਵੀਡੀਓ ਤੇ ਕਲਿੱਕ ਕਰਕੇ ਜ਼ਰੂਰ ਦੇਖੋ। ਤੁਹਾਨੂੰ ਇਹ ਵੀ ਪਸੰਦ ਆਉਣਗੇ। ਤਾਂ ਫਿਰ ਚੱਲਦੇ ਹਾਂ, ਛੇਤੀ ਹੀ ਫਿਰ ਮਿਲਾਂਗੇ ਇੱਕ ਹੋਰ ਸੱਚੀ ਕਹਾਣੀ ਦੇ ਨਾਲ। ਤਦ ਤੱਕ ਲਈ ਗੁੱਡ ਬਾਏ।